ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਮ ਜਾਮਨੀ ਭਈ ਬਤੀਤ ਪ੍ਰਾਤ ਹੇਰ ਸਭ ਕੇ ਮੁਦ ਚੀਤ। ਜਾਮ ਜਾਮਨੀ ਭਈ ਬਤੀਤ। ਚਬਰ ਛਤਰ ਤਖਤ ਕੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਇਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਿ ਉਪਕਾਰੀ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਰ ਸਾਹਿਬ ਵਿਖੇ ਰਾਤਰੀ ਦੇ ਪਾਵਨ ਪਵਿੱਤਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਵਡਭਾਗੀ ਹਾਂ ਜੋ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ ਸੋਹਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ ਸ਼੍ਰੀ ਮੁਖ ਵਾਕ ਸ਼੍ਰਵਣ ਕਰਕੇ ਲਾਭ ਖੱਟਿਆ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ। ਵਾਹਿਗੁਰੂ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸੋ ਆਓ ਪਾਵਨ ਇਤਿਹਾਸ ਦੀ ਪਵਿੱਤਰ ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ। ਰਸਨਾ ਸਫਲਾਓ ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲਾ ਪ੍ਰਸੰਗ ਸੰਖੇਪ ਕੋ ਮਾਤਰ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ ਔਰ ਆ ਰਹੇ ਪ੍ਰਸੰਗ ਨੂੰ ਸਮਝਣ ਵਿੱਚ ਮੁਸ਼ਕਲ ਨਾ ਹੋਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਬਾਬਾ ਬਿਧੀ ਚੰਦ ਸਾਹਿਬ ਸਤਿਗੁਰਾਂ ਦੇ ਅੰਤःਕਰਨ ਮਹਿਲਾਂ ਦੇ ਵਿੱਚ ਪਹੁੰਚਿਆ ਹੈ। ਪਹੁੰਚ ਕਰਕੇ ਸਾਰਾ ਹੁਕਮ ਸੁਣਾਇਆ। ਸਤਿਗੁਰਾਂ ਦੇ ਸਾਰੇ ਪਰਿਵਾਰ ਨੂੰ ਸਵਾਰ ਕਰਾ ਕੇ ਲੋੜੀਂਦੀਆਂ ਵਸਤੂਆਂ ਗੱਡਿਆਂ 'ਤੇ ਲੱਦ ਕਰਕੇ ਗੰਗਸਰ ਸਾਹਿਬ ਵਾਲੇ ਸਥਾਨ 'ਤੇ ਜਿੱਥੇ ਸਤਿਗੁਰੂ ਉਡੀਕ ਰਹੇ ਸਨ ਉੱਥੇ ਬਾਬਾ ਬਿਧੀ ਚੰਦ ਸਾਹਿਬ ਸਾਰੀ ਵਹੀਰ ਸਮੇਤ ਪਹੁੰਚੇ। ਸਤਿਗੁਰਾਂ ਨੂੰ ਸਾਰੀ ਗੱਲ ਦੱਸੀ ਔਰ ਹੱਥ ਜੋੜ ਕੇ ਆਖਿਆ, ਮਹਾਰਾਜ ਬਾਕੀ ਤੇ ਸਾਰਾ ਪਰਿਵਾਰ ਆ ਗਿਆ, ਪਰ ਧੀਰਮਲ ਨੂੰ ਮੈਂ ਬਹੁਤ ਸਮਝਾਇਆ, ਉਹਨੇ ਆਉਣ ਤੋਂ ਮਨਾ ਕਰ ਦਿੱਤਾ ਔਰ ਆਪ ਜੀ ਦੇ ਪ੍ਰਥਾਏ ਵੀ ਅਯੋਗ ਤੇ ਉਲਟ ਵਚਨ ਬੋਲੇ ਉਸਨੇ। ਉਹ ਕਹਿੰਦਾ, ਮੈਂ ਆਪਣੇ ਵੱਡਿਆਂ ਦੇ ਪੁਰਖਿਆਂ ਦੇ ਵਸਾਏ ਹੋਏ ਇਸੇ ਥਾਂ 'ਤੇ ਰਹਿਣਾ, ਮੇਰਾ ਇਹਦੇ ਨਾਲ ਪ੍ਰੇਮ ਹੈ, ਮੈਂ ਤੁਰਕਾਂ ਨਾਲ ਮਿਲਾਪ ਰਸਮਈ ਰੱਖਾਂਗਾ। ਔਰ ਜਿਹੜਾ ਰਹਿੰਦਾ ਸਮਾਨ ਸੀ ਗੁਰੂ ਘਰ ਦਾ ਸਾਰਾ ਉਸਨੇ ਸੰਭਾਲ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਵੀ ਉਹਨੇ ਇੱਕ ਕੋਠੇ ਅੰਦਰ ਰੱਖ ਕੇ ਬਾਹਰੋਂ ਸਖਤ ਤਾਲਾ ਲਾਇਆ ਹੋਇਆ ਹੈ। ਮਹਾਰਾਜ ਪ੍ਰਾਪਤ ਹੋ ਸਕਦਾ ਪਾਵਨ ਸਰੂਪ, ਪਰ ਉਹਦੇ ਲਈ ਲੜਾਈ ਕਰਨੀ ਪੈਣੀ ਹੈ ਧੀਰਮਲ ਦੇ ਨਾਲ। ਜੇ ਆਪ ਜੀ ਦੀ ਆਗਿਆ ਹੋਵੇ ਤੇ ਉਹਦੇ ਨਾਲ ਝਗੜਾ ਕਰਕੇ ਉਹ ਸਰੂਪ ਆਪਾਂ ਲੈ ਆਉਣੇ ਆ। ਗਰੀਬ ਨਵਾਜ ਨੇ ਵਿਚਾਰਿਆ ਔਰ ਵਚਨ ਕੀਤਾ, ਐਸਾ ਕੁਛ ਨਹੀਂ ਕਰਨਾ। ਧੀਰਮਲ ਜਿਸ ਤਰੀਕੇ ਦੇ ਨਾਲ ਰਹਿੰਦਾ ਇਸ ਨੂੰ ਰਹਿਣ ਦਿਓ, ਕਿਉਂਕਿ ਭਵਿੱਖ ਦੇ ਸਮੇਂ ਦੇ ਵਿੱਚ ਇਸ ਨੇ ਗੁਰੂ ਘਰ ਦੇ ਬਹੁਤ ਵਿਰੋਧ ਵਿੱਚ ਹੋ ਜਾਣਾ ਹੈ। ਪਰ ਇਹ ਗੱਲ ਹੈ ਵੀ ਇਸ ਦੇ ਨਾਲ ਕਿਸੇ ਪ੍ਰਕਾਰ ਦਾ ਗੁਰੂ ਘਰ ਦਾ ਕੋਈ ਮੇਲ ਨਹੀਂ ਰਹੇਗਾ। ਔਰ ਜੋ ਸਰੂਪ ਦੀ ਗੱਲ ਹੈ, ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਘਰ ਨਗਰਾਂ ਨਗਰਾਂ ਦੇ ਵਿੱਚ ਸੇਵੇ ਜਾਣਗੇ, ਬਚਨ ਸੁਣੇ ਪੜ੍ਹੇ ਜਾਣਗੇ, ਸੇਵਾ ਸੰਭਾਲ ਹੋਏਗੀ। ਇਹ ਵੀ ਜਿਹੜਾ ਪਵਿੱਤਰ ਸਰੂਪ ਹੈ, ਇੱਕ ਦਿਨ ਸਾਡੇ ਸਿੱਖ ਆਪਣੇ ਪ੍ਰਤਾਪ ਕਰਕੇ ਇਸ ਸਰੂਪ ਨੂੰ ਵੀ ਪ੍ਰਾਪਤ ਕਰ ਲੈਣਗੇ। ਇਉਂ ਇੱਥੋਂ ਵਚਨ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸੇ ਸਥਾਨ ਤੋਂ ਗੰਗਸਰ ਸਾਹਿਬ ਵਾਲੇ ਖੂਹ ਤੋਂ ਮੱਥਾ ਟੇਕਿਆ। ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਸਾਇਆ ਹੋਇਆ ਥਾਂ ਜਾਣ ਕੇ, ਪਵਿੱਤਰ ਥਾਂ ਜਾਣ ਕੇ ਇੱਥੇ ਅਰਦਾਸ ਬੇਨਤੀ ਵੀ ਕੀਤੀ। ਔਰ ਇੱਥੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਮੇਤ ਪਰਿਵਾਰ ਸਾਰੀ ਵਹੀਰ ਦੇ ਸਮੇਤ ਚਾਲੇ ਪਾਏ। ਕੁਝ ਸੂਰਮੇ ਬਾਬਾ ਗੁਰਦਿੱਤਾ ਸਾਹਿਬ ਨੂੰ ਨਾਲ ਦੇ ਕੇ ਪਰਿਵਾਰ ਦੇ ਸਮੇਤ ਕੁਝ ਕਵਹੀਰ ਸਮੇਤ ਅਲੱਗ ਕੀਤਾ ਔਰ ਹੁਕਮ ਕੀਤਾ ਕਿ ਤੁਸੀਂ ਸੁਚੇਤਤਾ ਰੱਖਣੀ, ਸਾਵਧਾਨਤਾ ਰੱਖਣੀ। ਔਰ ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕੁਝ ਸੂਰਮੇ ਆਪਣੇ ਨਾਲ ਲਏ ਔਰ ਪਰਿਵਾਰ ਨਾਲੋਂ ਵਹੀਰ ਨਾਲੋਂ ਵੱਖਰੇ ਹੋਏ। ਇਉਂ ਦੋ ਹਿੱਸਿਆਂ ਦੇ ਵਿੱਚ ਵੰਡ ਕਰਕੇ ਇਸ ਵਹੀਰ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਕਰਤਾਰਪੁਰ ਤੋਂ ਸ੍ਰੀ ਕੀਰਤਪੁਰ ਸਾਹਿਬ ਨਗਰ ਵੱਲ ਨੂੰ ਚਾਲੇ ਪਾ ਰਹੇ ਹਨ। ਇੱਥੋਂ ਤੱਕ ਆਪਾਂ ਕੱਲ੍ਹ ਇਤਿਹਾਸ ਸ਼੍ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਪਾਵਨ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜ ਕੇ ਪਵਿੱਤਰ ਹੋਣ ਦੀ, ਨਿਰਮਲ ਹੋਣ ਦੀ, ਲਾਹਾ ਖੱਟਣ ਦੀ ਕੋਸ਼ਿਸ਼ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਮ ਜਾਮਨੀ ਭਈ ਬਤੀਤ। ਇਸ ਤਰੀਕੇ ਦੇ ਨਾਲ
ਇੱਕ ਪਹਿਰ ਜਿਹੜੀ ਰਾਤ ਹੈ ਉਹ ਬਤੀਤ ਹੋ ਗਈ। ਜਿਹੜਾ ਰਾਤ ਰਹਿੰਦਾ ਸੀ ਨਾ ਪਹਿਰ, 3 ਪਹਿਰ ਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਗੰਗਸਰ ਸਾਹਿਬ ਵਾਲੇ ਸਥਾਨ 'ਤੇ ਖਲੋਤਿਆਂ ਹੀ ਬਤੀਤ ਹੋ ਗਏ ਸੀ। ਸਾਰੀ ਤਿਆਰੀ ਕਰਦਿਆਂ ਸਮਾਨ ਲੱਦਦਿਆਂ, ਸਮਾਨ ਲੱਦ ਕੇ ਬਾਬਾ ਬਿਧੀ ਚੰਦ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਪਹੁੰਚਦੇ ਆ। ਇੱਥੇ 3 ਪਹਿਰ ਰਾਤ ਬਤੀਤ ਹੋ ਚੁੱਕੀ ਸੀ। 1 ਪਹਿਰ ਰਾਤ ਬਾਕੀ ਰਹਿ ਗਈ ਸੀ ਜਦੋਂ ਚਾਲੇ ਪਏ ਸੀ। ਸੋ ਰਸਤੇ ਵਿੱਚ ਚੱਲਦਿਆਂ ਇਹ ਵੀ ਪਹਿਰ ਜਿਹੜਾ ਰਾਤ ਦਾ ਹੈ ਬਤੀਤ ਹੋ ਗਿਆ। ਭਾਵ ਸਾਰੀ ਦੀ ਸਾਰੀ ਰਾਤ ਖਤਮ ਹੋ ਗਈ ਹੈ। ਪ੍ਰਾਤ ਹੇਰ ਸਭ ਕੇ ਮੁੱਦ ਚੀਤ। ਸਵੇਰ ਦਿਨ ਚੜ੍ਹਾਇਆ। ਰਸਤੇ ਵਿੱਚ ਚੱਲਦਿਆਂ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਬੜੀ ਖੁਸ਼ੀ ਹੋਈ। ਸਭ ਨੂੰ ਬੜਾ ਭਾਰੀ ਉਤਸ਼ਾਹ ਹੌਸਲਾ ਪ੍ਰਾਪਤ ਹੋਇਆ। ਅੰਤఃਪੁਰ ਸੋ ਚੰਮੂ ਬਡੇਰੀ। ਸਤਿਗੁਰਾਂ ਦੇ ਮਹਿਲਾਂ ਦੇ ਨਾਲ ਬਹੁਤ ਭਾਰੀ ਫੌਜ ਸਿੱਖ ਸੂਰਮਿਆਂ ਦੀ ਸੀ। ਗਮਨ ਕਰਤ ਰਜ ਉਠਤ ਕਨੇਰੀ। ਇਸ ਕਰਕੇ ਜਿਹੜੇ ਰਸਤੇ ਤੇ ਲੰਘ ਰਹੇ ਸਨ ਸਤਿਗੁਰਾਂ ਦੇ ਮਹਿਲ, ਪਰਿਵਾਰ ਔਰ ਸਿੱਖ ਸੂਰਮੇ, ਉਹ ਚੱਲਣ ਦੇ ਨਾਲ ਘੋੜਿਆਂ ਦੇ ਪੌੜ ਦੇ ਨਾਲ ਬਹੁਤ ਸਾਰੀ ਧੂੜ ਹੈ ਜਿਹੜੀ ਅਸਮਾਨ ਨੂੰ ਚੜ੍ਹਦੀ ਹੈ। ਸੂਦੇ ਪੰਥ ਚਲੇ ਸਭ ਜਾਈ। ਇਉਂ ਸਾਰੇ ਸਿੱਧੇ ਰਸਤੇ ਤੇ ਸ਼੍ਰੀ ਕੀਰਤਪੁਰ ਸਾਹਿਬ ਵਾਲੇ ਪਾਸੇ ਨੂੰ ਚੱਲੇ ਜਾ ਰਹੇ ਹਨ ਜੀ। ਗ੍ਰਾਮ ਨਗਰ ਉਲੰਘਤ ਸਮੁਦਾਈ। ਸਾਰੇ ਨਗਰ, ਸਾਰੇ ਪਿੰਡ ਇਉਂ ਚੱਲਦਿਆਂ ਲੰਘਦੇ ਜਾ ਰਹੇ ਹਨ। ਦਿਸ਼ਾ ਦਾਹਿਨੀ ਸਤਿਗੁਰ ਜਾਤੇ। ਸੱਜੇ ਪਾਸੇ ਵਾਲੇ ਸਾਰਾ ਪਰਿਵਾਰ ਹੈ ਬੰਨੇ, ਔਰ ਖੱਬੇ ਪਾਸੇ ਵਾਲੇ ਰਸਤੇ ਤੋਂ ਆਪ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕੁਝ ਕੁ ਸਿੱਖ ਸੂਰਮਿਆਂ ਦੇ ਨਾਲ ਵੱਖਰੇ ਹੋਏ ਚਾਲੇ ਪਾ ਰਹੇ ਹਨ। ਕਰਤ ਜੁੱਧ ਕੀ ਬਹੁ ਵਿਧ ਬਾਤੇਂ। ਜਿਹੜਾ ਜੰਗ ਲੜਿਆ ਕਰਤਾਰਪੁਰ ਸਾਹਿਬ ਦਾ, ਜਿਸ ਤਰੀਕੇ ਦੇ ਨਾਲ ਫੌਜ ਨੂੰ ਮਾਰਿਆ, ਕਾਲੇ ਖਾਨ ਨੂੰ ਮਾਰਿਆ, ਕੁਤਬ ਖਾਨ ਨੂੰ ਮਾਰਿਆ, ਇਹ ਸਾਰੀਆਂ ਜਿਹੜੀਆਂ ਗੱਲਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣੇ ਪ੍ਰੇਮੀ ਸਿੱਖਾਂ ਦੇ ਨਾਲ ਕਰਦੇ ਜਾਂਦੇ ਹਨ। ਬਿਧੀ ਚੰਦ ਤੇ ਆਦ ਜੇ ਜੰਗ। ਜਿਸ ਤਰੀਕੇ ਦੇ ਨਾਲ ਬਿਧੀ ਚੰਦ ਤੇ ਆਦ ਜੇ ਸੰਗ, ਬਾਬਾ ਬਿਧੀ ਚੰਦ ਸਾਹਿਬ ਅਤੇ ਹੋਰ ਜਿਹੜੇ ਸਿੱਖ ਨਾਲ ਹੈ ਸਤਿਗੁਰਾਂ ਦੇ, ਉਹਨਾਂ ਦੇ ਨਾਲ ਇਹ ਗੱਲਾਂ, ਇਹ ਬਚਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਂਝੇ ਕਰਦੇ ਆ। ਕਹਿਤ ਭਇਓ ਪ੍ਰਭ ਦੀਰਘ ਜੰਗ। ਕਹਿਣ ਲੱਗਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਬਾਬਾ ਬਿਧੀ ਚੰਦ ਸਾਹਿਬ ਦੱਸਦੇ ਆ, ਮਹਾਰਾਜ ਬੜੀ ਵੱਡੀ ਜੰਗ ਸੀ, ਬਹੁਤ ਭਾਰੀ ਭਰਕਮ ਤੇ ਗਹਿ-ਗਚ ਲੜਾਈ ਹੋਈ ਆ ਸੱਚੇ ਪਾਤਸ਼ਾਹ। ਜਾਮ ਦਿਵਸ ਜਬ ਹੀ ਚੜ ਆਇਓ। ਜਿਸ ਸਮੇਂ ਇੱਕ ਪੈਰ ਪੂਰਾ ਦਿਨ ਚੜ ਆਇਆ ਹੈ। ਛਾਇਆ ਸਹਿਤ ਕੂਪ ਦਰਸਾਇਓ। ਉਸ ਸਮੇਂ ਚਲਦਿਆਂ ਇੱਕ ਛਾਂ ਦੇ ਸਮੇਤ ਖੂਹ ਨਜ਼ਰ ਆਇਆ, ਜਿਸ ਖੂਹ ਦੇ 4 ਚੁਫੇਰੇ ਛਾਂ ਹੈ ਭਾਰੀ ਰੁੱਖਾਂ ਦੀ। ਇਸ ਛਾਂ ਦੇ ਤਾਈਂ ਤੇ ਖੂਹ ਨੂੰ ਵੇਖ ਕੇ, ਪਾਣੀ ਦੀ ਵਿਵਸਥਾ ਨੂੰ ਵੇਖ ਕਰਕੇ, ਉਤਰੇ ਹੇਰਿਓ ਰਾਮ ਸਥਾਨ। ਇਸ ਰਮਣੀਕ ਸਥਾਨ ਨੂੰ, ਸੋਹਣੇ ਸੁੰਦਰ ਸਥਾਨ ਨੂੰ ਵੇਖ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਗਰੀਬ ਨਵਾਜ਼ ਨੇ ਘੋੜੇ ਦੀ ਸਵਾਰੀ ਤਿਆਗੀ ਹੈ, ਆਪ ਆਪਣੇ ਚਰਨਾਂ ਭਾਰ ਇਸ ਸਥਾਨ ਤੇ ਉਤਰੇ ਹਨ। ਸੀਤਲ ਨੀਰ ਕਰਤ ਭੇ ਪਾਨ। ਇੱਥੋਂ ਠੰਡਾ ਪਾਣੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ, ਤਾਜ਼ਾ ਪਾਣੀ ਇਸ ਖੂਹ ਦਾ ਪਾਨ ਕੀਤਾ ਹੈ। ਕਿਤਕ ਸਮਾਂ ਬੈਠੇ ਸੁਖ ਪਾਇਓ। ਕਿੰਨਾ ਸਮਾਂ ਇੱਥੇ ਬੈਠ ਕੇ ਬਤੀਤ ਕੀਤਾ। ਜਿਹੜੀ ਰਸਤੇ ਦੇ ਵਿੱਚ ਚੱਲਣ ਦੀ ਥਕਾਵਟ ਸੀ, ਉਹ ਕੁਝ ਸਮਾਂ ਇੱਥੇ ਬੈਠ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਉਤਾਰੀ, ਨਿਰਵਿਰਤ ਕੀਤੀ ਹੈ। ਵਿਧੀ ਚੰਦ ਸੋ ਬਾਕ ਸੁਨਾਇਓ। ਔਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਤਾਈਂ ਇਸ ਤਰੀਕੇ ਨਾਲ ਆਪਣੇ ਪਵਿੱਤਰ ਮਖਾਰ ਬਿੰਦ ਤੋਂ ਬਚਨ ਕਹੇ। ਸਾਹਿਬਜ਼ਾਦੇ ਚੰਮੂ ਅਸ਼ੇਖ। ਕਿ ਸਾਡੇ ਸਾਹਿਬਜ਼ਾਦੇ, ਸਾਡੇ ਸੁਪੁੱਤਰ ਔਰ ਬਾਕੀ ਜਿਹੜੀ ਰਿਕਤੀ ਸਿੱਖ ਸੂਰਮਿਆਂ ਦੀ ਫੌਜ ਹੈ, ਕਿਤਕ ਦੂਰ ਪਾਛੇ ਲਿਓ ਦੇਖ। ਉਹ ਕਿੰਨੇ ਕੁ ਦੂਰ ਹੈ, ਪਿਛਲੇ ਬੰਦੇ ਨੂੰ ਦੇਖੋ, ਉਸ ਦੇ ਤਾਈਂ ਵੇਖਣ ਦੀ ਕੋਸ਼ਿਸ਼ ਕਰੋ। ਜੇ ਕੋਈ ਚਿਹਨ ਚੱਕਰ, ਕੋਈ ਲਕਸ਼ਣ ਨਜ਼ਰ ਆਵੇ, ਪਤਾ ਲੱਗੇ ਵੀ ਕਿੰਨੇ ਕੁ ਦੂਰੀ ਹੈ ਦਲ ਦੀ, ਜੇ ਹੋ ਸਕੇ ਤੇ ਇਸ ਗੱਲ ਦੀ ਪਰਖ ਕੀਤੀ ਜਾਵੇ। ਹਮ ਤੇ ਜਬ ਆਗੇ ਹੋਏ ਜਾਏ। ਜਦੋਂ ਸਾਰੀ ਫੌਜ ਅਤੇ ਸਾਡਾ ਪਰਿਵਾਰ
ਸਾਡੇ ਨਾਲੋਂ ਅੱਗੇ ਲੰਘ ਜਾਣ ਰਸਤੇ ਦੇ ਵਿੱਚ। ਤਬ ਪ੍ਰਸਥਾਨ ਕਰਹਿ ਇਸ ਥਾਏ। ਉਸ ਸਮੇਂ ਫਿਰ ਆਪਾਂ ਇਸ ਥਾਂ ਤੋਂ ਚਾਲੇ ਮਾਰਾਂਗੇ। ਜਿੰਨਾ ਚਿਰ ਉਹ ਆਪਣੇ ਤੋਂ ਅੱਗੇ ਨਹੀਂ ਲੰਘ ਜਾਂਦੇ ਰਸਤੇ ਦੇ ਵਿੱਚ, ਹੁਣ ਉਹਨਾਂ ਚਿਰ ਆਪਾਂ ਇੱਥੇ ਵਿਰਾਜਣਾ ਹੈ। ਵਿਦਿਆ ਚੜ ਕਰ ਤੁੰਗ ਸਥਾਨ। ਬਾਬਾ ਵਿਧੀ ਚੰਦ ਸਾਹਿਬ ਜੀ ਨੇ ਇੱਕ ਉੱਚੇ ਅਸਥਾਨ ਤੇ ਵੇਖਿਆ, ਨੇੜੇ ਤੇੜੇ ਕੋਈ ਯੋਗ ਅਸਥਾਨ। ਉਸ ਅਸਥਾਨ ਤੇ ਉੱਚੇ ਥਾਂ ਤੇ ਚੜ ਕਰਕੇ ਵੇਖਿਆ ਹੈ ਰਸਤੇ ਵਾਲੇ ਪਾਸੇ ਤਾਈਂ। ਦੇਖਣ ਲੱਗਿਓ ਸੁਣਹਿ ਧੁਨ ਕਾਨ। ਦੇਖਣ ਲੱਗੇ ਨੂੰ ਬਾਬਾ ਵਿਧੀ ਚੰਦ ਸਾਹਿਬ ਨੂੰ ਦਲ ਦੇ ਆਉਣ ਦੀ ਜਿਹੜੀ ਧੁਨ ਹੈ ਨਾ, ਉਹ ਕੰਨਾਂ ਦੇ ਵਿੱਚ ਸੁਣਨ ਲੱਗੀ ਹੈ। ਕਿਤਕ ਦੂਰ ਆਗੇ ਚੱਲ ਗਏ। ਕਹਿਣ ਲੱਗਾ, ਹੈ ਮਹਾਰਾਜ ਸੱਚੇ ਪਾਤਸ਼ਾਹ, ਉਹ ਦਲ ਜਿਹੜਾ ਹੈ ਆਪਣਾ ਪਰਿਵਾਰ ਸਮੇਤ ਤੁਹਾਡੇ ਸਾਹਿਬਜ਼ਾਦੇ ਅਤੇ ਫੌਜ ਸਿੱਖ ਸੂਰਮਿਆਂ ਦੀ, ਉਹ ਰਸਤੇ ਦੇ ਵਿੱਚੋਂ ਕਿੰਨੇ ਕੁ ਦੂਰ ਆਪਣੇ ਤੋਂ ਅੱਗੇ ਲੰਘ ਗਏ ਆ, ਆਪਣੇ ਤੋਂ ਅਗਾਂਹ ਹਨ ਜੀ। ਬਜਤ ਨਿਸ਼ਾਨ ਤਬਹਿ ਸੁਣ ਲਏ। ਕਿਉਂਕਿ ਉਹਨਾਂ ਦੇ ਨਾਲ ਜਿਹੜੇ ਨਗਾਰੇ ਆ ਸਿੱਖ ਸੂਰਮੇ ਵਜਾ ਰਹੇ ਹਨ, ਉਹ ਨਗਾਰਿਆਂ ਦੀ ਆਵਾਜ਼ ਸੁਣ ਕੇ ਅੰਦਾਜ਼ਾ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਨਾਲੋਂ ਜ਼ਿਆਦਾ ਸਫ਼ਰ ਤੈਅ ਕਰ ਲਿਆ ਹੈ। ਸਵਾ ਜਾਮ ਦਿਨ ਚੜ੍ਹਿਓ ਨਿਹਾਰਾ। ਉਸ ਸਮੇਂ ਤੱਕ ਕਹਿੰਦੇ ਸਵਾ ਪਹਿਰ ਦਿਨ ਜਿਹੜਾ ਉਹ ਬਤੀਤ ਹੋ ਗਿਆ ਵੇਖੀਦਾ ਸੀ। ਪੁੱਤਰ ਪਰਿਓ ਸਭ ਗੁਰ ਪਰਵਾਰਾ। ਇਸ ਤਰੀਕੇ ਨਾਲ ਫਿਰ ਗੁਰੂ ਦਾ ਸਾਰਾ ਪਰਿਵਾਰ ਉੱਥੇ ਇੱਕ ਸ਼ੁਭ ਸਥਾਨ ਵੇਖ ਕੇ ਰਸਤੇ ਦੇ ਵਿੱਚ ਸਾਰੇ ਪਰਿਵਾਰ ਨੇ ਉਤਾਰਾ ਕੀਤਾ ਹੈ। ਆਰਾਮ ਦੇ ਵਾਸਤੇ ਤਿਆਰ ਜਿਹੜੀਆਂ ਸਵਾਰੀਆਂ ਸਨ ਉਹ ਸਭ ਤਿਆਗ ਦਿੱਤੀਆਂ। ਕਹਿ ਕਰ ਦੀਰਘ ਫਰਸ਼ ਕਰਾਇਓ। ਔਰ ਕਹਿ ਕਰਕੇ ਇੱਕ ਵੱਡਾ ਫਰਸ਼ ਸਭ ਦੇ ਬੈਠਣ ਦੇ ਲਈ, ਆਰਾਮ ਕਰਨ ਦੇ ਲਈ ਕਰਵਾਇਆ ਗਿਆ। ਗੁਰ ਸੁਤ ਬੈਠ ਦੀਵਾਨ ਲਗਾਇਓ। ਇੱਥੇ ਗੁਰੂ ਕੇ ਸਪੁੱਤਰ ਸਾਹਿਬ ਬਾਬਾ ਗੁਰਦਿੱਤਾ ਸਾਹਿਬ ਜੀ ਔਰ ਬਾਕੀ ਵੀ ਸਤਿਗੁਰਾਂ ਦੇ ਤਿੰਨੇ ਸਾਹਿਬਜ਼ਾਦੇ ਨਾਲ ਹੈ, ਸਮੂਹ ਪਰਿਵਾਰ ਦੇ ਸਮੇਤ ਬੈਠ ਕਰਕੇ ਇੱਥੇ ਦੀਵਾਨ ਲਗਵਾਇਆ ਹੈ। ਬਾਬਕ ਸ਼ਬਦ ਗਾਵਨੇ ਲਾਗਿਓ। ਜਿਹੜੇ ਗੁਰੂ ਘਰ ਦੇ ਰਾਗੀ ਭਾਈ ਬਾਬਕ ਹਨ, ਉਹ ਉਸ ਸਮੇਂ ਸੁੰਦਰ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨ ਲੱਗੇ ਜੀ। ਸੁਨ ਪ੍ਰਭ ਮਹਿਮਾ ਮਨ ਅਨੁਰਾਗਿਓ। ਗਰੀਬ ਨਵਾਜ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਬੋਲ ਸੁਣ ਕੇ, ਬਚਨ ਸੁਣ ਕੇ, ਸ਼ਬਦ ਸੁਣ ਕੇ, ਕੀਰਤਨ ਸੁਣ ਕੇ ਸਭ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਔਰ ਸਭ ਦਾ ਮਨ ਇਕਾਗਰ ਹੋਇਆ। ਵਿਧੀ ਚੰਦ ਤੇ ਸੁਨ ਗੁਰ ਕਾਨ। ਜਦੋਂ ਬਾਬਾ ਵਿਧੀ ਚੰਦ ਸਾਹਿਬ ਦੇ ਪਾਸੋਂ ਗੁਰੂ ਸਾਹਿਬ ਜੀ ਨੇ ਇਹ ਸਾਰੀ ਗੱਲ ਆਪਣੇ ਪਵਿੱਤਰ ਕੰਨਾਂ ਦੇ ਰਾਹੀਂ, ਸਰੋਤਰਾਂ ਦੇ ਰਾਹੀਂ ਸੁਣੀ ਹੈ। ਆਗੇ ਗਏ ਸਕਲ ਕਰ ਪਿਆਨ। ਕਿ ਸਾਰਾ ਪਰਿਵਾਰ ਸਾਡੇ ਨਾਲੋਂ ਚਾਲੇ ਪਾ ਕੇ ਰਸਤੇ ਦੇ ਵਿੱਚ ਅੱਗੇ ਉਲੰਘ ਗਿਆ ਹੈ ਜੀ। ਚੜੇ ਤੁਰੰਗ ਅਗਾਰੀ ਚਲੇ। ਗਰੀਬ ਨਵਾਜ ਸੱਚੇ ਪਾਤਸ਼ਾਹ ਫਿਰ ਆਪਣੇ ਘੋੜੇ ਦੇ ਉੱਪਰ ਸੁਭਾਇਮਾਨ ਹੋਏ, ਸਵਾਰੀ ਕੀਤੀ ਔਰ ਚੜ ਕਰਕੇ ਰਸਤੇ ਦੇ ਵਿੱਚ ਅੱਗੇ ਨੂੰ ਵਧਣ ਦੇ ਲਈ ਚਾਲੇ ਪਾ ਦਿੱਤੇ ਹਨ ਜੀ। ਇਸ ਥਲ ਕੀ ਮਹਿਮਾ ਕਹਿ ਭਲੇ। ਕਹਿੰਦੇ ਉਸ ਸਥਾਨ ਦੀ ਜਿਹੜੀ ਮਹਿਮਾ ਹੈ ਉਹ ਭਲੀ ਪ੍ਰਕਾਰ ਆਪ ਆਪਣੇ ਮੁਖਾਰਬਿੰਦ ਤੋਂ ਵਿਖਿਆਨ ਕੀਤੀ, ਉਚਾਰਨ ਕੀਤੀ। ਪਹੁੰਚੇ ਸਤਿਗੁਰ ਤਿਸੀ ਸਥਾਨ। ਜਿਸ ਸਥਾਨ ਦੀ ਪਹਿਲਾਂ ਮਹਿਮਾ ਦੱਸੀ ਸੀ ਉਸੇ ਸਥਾਨ ਤੇ ਪਹੁੰਚੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ। ਦੇਖਿਓ ਆਗੇ ਲਗਿਓ ਦੀਵਾਨ। ਵੇਖਿਆ ਹਨ ਉੱਥੇ, ਵੇਖਿਆ ਹੈ ਆਪਣੇ ਪਰਿਵਾਰ ਨੂੰ, ਸਾਹਿਬਜ਼ਾਦਿਆਂ ਨੂੰ ਵਿਰਾਜਮਾਨ ਹੋਇਆ। ਉਸ ਸਥਾਨ ਤੇ ਗੁਰੂ ਘਰ ਦੇ ਰਬਾਬੀ ਸਿੰਘ ਕੀਰਤਨ ਦਾ ਗਾਇਨ ਕਰ ਰਹੇ ਸਨ। ਜਦੋਂ ਵੇਖਿਆ ਹੈ ਇਸ ਤਰੀਕੇ ਦੇ ਨਾਲ ਉੱਥੇ ਦੀਵਾਨ ਸਜਿਆ ਹੋਇਆ। ਗਾਵਤ ਸ਼ਬਦ ਸੁਤ ਸਾਰੇ। ਕਿ ਕੀ ਵੇਖਦੇ ਹਨ ਸਾਰੇ ਦੇ ਸਾਰੇ ਸਤਿਗੁਰਾਂ ਦੇ ਜਿਹੜੇ ਸਪੁੱਤਰ ਹੈ, ਚਾਰੇ ਸਾਹਿਬਜ਼ਾਦੇ ਵੀ ਆਪਣੀ ਰਸਨਾ ਤੋਂ ਮਨ ਇਕਾਗਰ ਕਰਕੇ ਆਪਣੇ ਮੁਖਾਰਬਿੰਦ ਤੋਂ ਗੁਰਬਾਣੀ ਦੇ ਪਾਵਨ ਸ਼ਬਦਾਂ ਦਾ ਗਾਇਨ ਕਰ ਰਹੇ ਹਨ ਜੀ। ਹਿਰਦੈ ਆਨੰਦ ਬਿਲੰਦੈ ਧਾਰੇ। ਸਾਰਿਆਂ ਨੇ ਆਪਣੇ ਹਿਰਦੇ ਦੇ ਵਿੱਚ ਬੁਲੰਦ ਬਹੁਤ ਭਾਰੀ ਆਨੰਦ ਸੁਖ ਧਾਰਿਆ ਹੈ ਉਸ ਸਮੇਂ। ਸਭ ਹਿਨ ਹੇਰੇ ਸਤਿਗੁਰ ਆਏ। ਸਭ ਨੇ ਵੇਖਿਆ ਜਿਹੜਾ ਸਾਰਾ ਵਹੀਰ ਉੱਥੇ ਸਾਰੀ ਸੀ, ਸਤਿਗੁਰਾਂ ਦਾ ਪਰਿਵਾਰ ਸੀ, ਸਿੱਖ ਸੇਵਕ ਹੋਰ ਸੰਗਤਾਂ ਨਾਲ ਸੀ। ਵੇਖਿਆ ਉਹਨਾਂ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਥੇ ਪਹੁੰਚ ਗਏ ਹਨ। ਖਰੇ ਭਏ ਸਨਮਾਨ ਬਿਠਾਏ। ਸਾਰੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਮਦ ਤੇ ਉੱਠ ਕੇ ਖਲੋਤੇ
ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਸਨਮਾਨ ਦੇ ਨਾਲ ਆਪਣੇ ਵਿਚਕਾਰ ਬਿਠਾਇਆ ਹੈ। ਸਕਟਾਦਿਕ ਨਰ ਜਿਤਕ ਪਿਛਾਰੀ, ਗੱਡਿਆਂ ਤੇ ਇਤਿਆਦਿਕ ਹੋਰ ਜਿਹੜੇ ਮਨੁੱਖ ਪਿੱਛੇ ਰਹਿ ਗਏ ਸਨ, ਜਿਹੜੀ ਹੋਰ ਵਹੀਰ ਪਿੱਛੇ ਰਹਿ ਗਈ ਸੀ ਸਤਿਗੁਰਾਂ ਦੇ ਸਿੱਖਾਂ ਦੀ ਸੇਵਕਾਵਾਂ ਦੀ ਜਿਹੜੀ ਨਾਲ ਸੀ, ਸਭਨ ਹੇਤ ਇਸ ਸਥਿਰਤਾ ਧਾਰੀ। ਸਾਰਿਆਂ ਦੇ ਇਕੱਤਰ ਹੋਣ ਦੇ ਲਈ ਕਿ ਇੱਥੇ ਆ ਕੇ ਸਾਰੇ ਮਿਲ ਜਾਣ, ਇਕੱਠੇ ਹੋ ਜਾਣ, ਇਸ ਵਾਸਤੇ ਉਸ ਜਗ੍ਹਾ ਤੇ ਰੁਕ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸਥਿਰਤਾ ਧਾਰੀ ਹੈ, ਆਪ ਟਿਕਾ ਕੀਤਾ ਹੈ। ਚਰਨ ਕਮਲ ਕੋ ਲਖ ਕਰ ਬੇਲਾ, ਉਸ ਸਮੇਂ ਚਰਨਾ ਕਮਲਾਂ ਦੀ ਚੌਂਕੀ ਦਾ ਸਮਾਂ ਜਾਣ ਕਰਕੇ ਸ਼ਬਦ ਭੋਗ ਤਬ ਪਾਏ ਸੁਹੇਲਾ। ਉਸ ਸਮੇਂ ਦੀਵਾਨ ਦੀ ਸਮਾਪਤੀ ਹੋਈ ਔਰ ਸ਼ੋਭਨੇਕ ਸ਼ਬਦਾਂ ਦੇ ਗਾਇਨ ਦਾ ਉਸ ਸਮੇਂ ਜਿਹੜਾ ਭੋਗ ਹੈ ਕੀਰਤਨ ਦਾ ਪਾ ਦਿੱਤਾ ਗਿਆ ਹੈ। ਸਕਲ ਤੁਰੰਗਨ ਦਈ ਨਿਹਾਰੀ, ਔਰ ਸਾਰੇ ਜਿਹੜੇ ਘੋੜੇ ਹਨ ਉਹਨਾਂ ਦੇ ਤਾਈਂ ਨਹਾਰੀਆਂ ਦਿੱਤੀਆਂ, ਭਾਵ ਜੋ ਭੋਜਨ ਹੈ ਖਾਣ ਦੇ ਵਾਸਤੇ ਦਿੱਤਾ ਗਿਆ ਹੈ ਜੀ। ਮਾਰਗ ਸ਼ਰਮ ਸਗਰੋ ਨਿਰਵਾਰੀ, ਦਾਣਾ ਪੱਠਾ ਇਤਿਆਦਿਕ ਖਵਾ ਕਰਕੇ ਰਸਤੇ ਦਾ ਜਿਹੜਾ ਸਾਰਾ ਥਕੇਵਾਂ ਉਹ ਲਾਉਣ ਦਾ ਜਿਸ ਤਰੀਕੇ ਦੇ ਨਾਲ ਪ੍ਰਬੰਧ ਹੋ ਸਕਦਾ ਸੀ, ਜਿਸ ਤਰੀਕੇ ਦੀ ਘੋੜਿਆਂ ਦੀ ਸੇਵਾ ਹੋ ਸਕਦੀ ਸੀ, ਉਹ ਸਾਰੀ ਕੀਤੀ ਗਈ ਹੈ। ਬੇਨਤੀ ਹੈ ਸਾਧ ਸੰਗਤ ਜੀ 2 ਮਿੰਟ ਦੇ ਵਾਸਤੇ ਚੁੱਪ ਧਾਰੋ, ਥੋੜਾ ਸਮਾਂ। ਜਦੋਂ ਗੁਰੂ ਕਾ ਜਸ ਹੁੰਦਾ ਹੋਵੇ ਘੱਟ ਤੋਂ ਘੱਟ ਬਚਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਮਰਿਆਦਾ ਖਿਆਲ ਵਿੱਚ ਰੱਖਣੀ ਚਾਹੀਦੀ ਹੈ। ਸੋ ਜੋ ਵੀ ਬਚਨ ਹੈ ਥੋੜੀ ਧੀਮੀ ਆਵਾਜ਼ ਦੇ ਵਿੱਚ ਕੀਤਾ ਜਾਵੇ ਤਾਂ ਕਿ ਗੁਰੂ ਦੀ ਕਥਾ ਦੇ ਵਿੱਚ ਵਿਘਨ ਨਾ ਪੈ ਸਕੇ। ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਖਿਮਾ ਦਾ ਜਾਚਕ ਮੈਨੂੰ ਕਹਿਣਾ ਪਿਆ, ਸੋ ਇਕਾਗਰ ਹੋ ਕੇ ਸੁਣੋ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਇਤਿਹਾਸ। ਮਾਰਗ ਸ਼ਰਮ ਸਗਰੋ ਨਿਰਵਾਰੀ, ਇਸ ਤਰੀਕੇ ਨਾਲ ਘੋੜਿਆਂ ਦਾ ਤੇ ਆਪ ਦਾ ਜਿਹੜਾ ਰਸਤੇ ਦਾ ਸਾਰਾ ਥਕੇਵਾਂ ਸੀ, ਇਸ ਤਰੀਕੇ ਦੇ ਨਾਲ ਉਤਾਰਿਆ ਭਾਵ ਦੂਰ ਕੀਤਾ ਗਿਆ ਹੈ। ਸਾਵਧਾਨ ਬਨ ਤੂਰਨ ਸਾਰੇ ਦੇ ਸਾਰੇ ਉਸ ਸਮੇਂ ਜਿਹੜੇ ਸਿੱਖ ਸੂਰਮੇ ਹੈ, ਗੁਰੂ ਕਾ ਪਰਿਵਾਰ ਹੈ, ਸਾਰੀ ਵਹੀਰ ਹੈ, ਸਾਵਧਾਨ ਹੋਈ ਹੈ, ਸੁਚੇਤ ਹੋਈ ਹੈ ਜੀ। ਸਤਿਗੁਰ ਹੋਤ ਭਏ ਅਸਵਾਰੇ, ਇਸ ਤਰੀਕੇ ਦੇ ਨਾਲ ਭੋਗ ਤੋਂ ਉਪਰੰਤ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਘੋੜੇ ਦੇ ਉੱਪਰ ਅਸਵਾਰ ਹੋਏ। ਰਸਤੇ ਦੇ ਵਿੱਚ ਅੱਗੇ ਚੱਲਣ ਦੇ ਲਈ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਚਾਲੇ ਪਾ ਦਿੱਤੇ। ਗਮਨਤ ਪੰਥ ਉਲੰਘਿਓ ਸਾਰਾ, ਚਲਦਿਆਂ ਸਾਰਾ ਰਸਤਾ ਸਾਰਾ ਪਿੰਡ ਜਿਹੜਾ ਤੈਅ ਕਰ ਲਿਆ, ਪਾਰ ਕਰ ਲਿਆ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਮੇਤ ਸਾਰੀ ਵਹੀਰ ਦੇ। ਤਬ ਸਤੁਦਰਵ ਕੋ ਕੂਲ ਨਿਹਾਰਾ, ਫਿਰ ਉਸ ਸਮੇਂ ਸਤਲੁਜ ਦਾ ਕੰਢਾ ਵੇਖਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਚਲਦੇ ਸਤਲੁਜ ਨਦੀ ਦੇ ਕੰਢੇ ਤੇ ਪਹੁੰਚ ਗਏ ਹਨ ਜੀ। ਸਨੇ ਸਨੇ ਉਤਰੇ ਸਭ ਪਾਰਾ, ਔਰ ਹੌਲੀ ਹੌਲੀ ਸਤਲੁਜ ਤੋਂ ਸਾਰੇ ਪਾਰ ਉਤਰ ਗਏ, ਦਰਿਆ ਨੂੰ ਪਾਰ ਕਰ ਲਿਆ ਹੈ। ਸਮੁਖ ਨਿਕਟ ਜਬ ਪਿਖੇ ਪਹਾਰਾ, ਸਾਹਮਣੇ ਜਦੋਂ ਨੇੜੇ ਵੇਖੇ ਹਨ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਏ ਹੋਏ ਪਹਾੜ ਆਪਣੀ ਨਿਗਾਹ ਦੇ। ਹੇਤ ਜਨਾਵਨ ਸੀਸ ਨਿਵਾਇਓ, ਉਸ ਸਮੇਂ ਪ੍ਰੇਮ ਜਤਾਉਣ ਦੇ ਵਾਸਤੇ ਇਸ ਸਥਾਨ ਦੇ ਪ੍ਰਤੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਿਰ ਨਵਾਇਆ ਹੈ ਜੀ। ਦੇਖਤ ਵਿਧੀਏ ਬਾਕ ਅਲਾਇਓ, ਉਸ ਸਮੇਂ ਫਿਰ ਦੇਖ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨਾਲ ਸੀਨਾ ਸਵਾਰੀ ਕਰਦਿਆਂ ਹੋਇਆਂ ਪੁੱਛਿਆ, ਸੱਚੇ ਪਾਤਸ਼ਾਹ ਇਸ ਅਸਥਾਨ ਨੂੰ ਵੇਖ ਕਰਕੇ ਆਪ ਜੀ ਨੇ ਸਿਰ ਕਿਉਂ ਨਵਾਇਆ, ਕਿਉਂ ਨਮਸਕਾਰ ਕੀਤੀ? ਕਿਸ ਕੋ ਇਹਾਂ ਬੰਦਨਾ ਕੀਨਾ, ਕੌਣ ਹੈ ਐਸਾ ਇੱਥੇ ਸਤਿਕਾਰਯੋਗ ਜੋ ਆਪ ਜੀ ਦੇ ਨਮਸਕਾਰ ਕਰਨ ਯੋਗ ਹੈ? ਸੱਚੇ ਪਾਤਸ਼ਾਹ ਆਪ ਨੂੰ ਤਮਾਮ ਜਗਤ ਨਮਸਕਾਰ ਕਰਦਾ ਹੈ। ਜਾਂ ਆਪ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਕੀਤੇ ਸ਼ੁਭ ਅਸਥਾਨਾਂ ਨੂੰ ਨਮਸਕਾਰ ਕਰਦੇ ਹੋ। ਇੱਥੇ ਕੌਣ ਹੈ ਐਸਾ ਜਿਸ ਦੇ ਤਾਈਂ ਆਪ ਜੀ ਨਮਸਕਾਰ ਕਰ ਰਹੇ ਹੋ? ਕੀ ਕਾਰਨ ਬਣਿਆ ਹੈ ਇਸ ਸਥਾਨ ਨੂੰ ਸਿਰ ਨਵਾਉਣ ਦਾ, ਸੀਸ ਨਵਾਉਣ ਦਾ? ਕਰਹੁ ਬਤਾਵਨ ਪ੍ਰਭੂ ਪ੍ਰਬੀਨ, ਹੇ ਪ੍ਰਭੂ ਅੰਤਰਜਾਮੀ ਸੱਚੇ ਪਾਤਸ਼ਾਹ ਦੱਸੋ, ਇਸ ਦਾ ਕਾਰਨ ਦੱਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਸੁਣ ਸ਼੍ਰੀ ਹਰਗੋਬਿੰਦ ਬਖਾਨਾ, ਸੁਣ ਕਰਕੇ ਫਿਰ ਉਸ ਸਮੇਂ ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਜਾਨੋ ਬਹੁ ਕਾਰਨ ਇਸ ਥਾਨਾ, ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਾਣੋ ਇਸ ਥਾਂ ਨੂੰ ਸਿਰ ਨਵਾਉਣ ਦੇ ਬਹੁਤ ਸਾਰੇ ਕਾਰਨ ਹੈ।
ਅਜਾਈ ਅਸੀਂ ਸਿਰ ਨਹੀਂ ਨਵਾਇਆ, ਇਸ ਥਾਂ ਤੇ ਕੋਈ ਗੱਲ ਹੈ। ਰਿਖ ਵਿਸ਼ਿਸ਼ਟ ਤਪ ਕੀਨ ਕਨੇਰੇ। ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੇ ਬਹੁਤ ਸਾਰੇ ਰਿਸ਼ੀਆਂ ਨੇ ਭਾਰੀ ਤਪ ਕੀਤਾ ਹੈ, ਇਸ ਜਗ੍ਹਾ ਤੇ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕੀਤਾ ਹੈ, ਇਸ ਸਥਾਨ ਤੇ ਰੱਬ ਦੀ ਉਸਤਤ ਕਰਦੇ ਰਹੇ ਆ ਸੰਗਤ ਵਿੱਚ ਜੁੜ ਕਰਕੇ। ਛਤ ਸੁਤ ਮ੍ਰਿਤਕ ਸਨੇ ਜਿਸ ਬੇਰੇ। ਜਿਸ ਸਮੇਂ ਇਸ ਜਗ੍ਹਾ ਦੇ ਉੱਪਰ 100 ਪੁੱਤਰਾਂ ਦੇ ਮਰਨ ਦੀ ਗੱਲ ਸੁਣੀ ਸੀ, ਜਿਹੜਾ ਵਸ਼ਿਸ਼ਟ ਰਿਸ਼ੀ ਸੀ ਉਸਨੇ ਇਸ ਜਗ੍ਹਾ ਤੇ ਤਪ ਕੀਤਾ, ਬਹੁਤ ਭਾਰੀ ਸੰਗਤ ਕੀਤੀ, ਪਰ ਜਦੋਂ ਉਸ ਨੂੰ ਪਤਾ ਲੱਗਾ ਵੀ ਮੇਰੇ 100 ਪੁੱਤਰਾਂ ਦੀ ਮੌਤ ਹੋ ਗਈ ਹੈ, ਬੂਢਨ ਲੱਗੇ ਉਹ ਨਦੀ ਇਸ ਮਾਹੀ। ਉਸ ਸਮੇਂ ਫਿਰ ਉਹ ਇਸ ਨਦੀ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਡੁੱਬਣ ਲੱਗਿਆ ਸੀ। ਆਪਣੇ ਆਪ ਨੂੰ ਪਹਿਲਾਂ ਫਾਹੀ ਲੈਣੀ ਚਾਹੁੰਦਾ ਸੀ, ਫਾਹ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਿਉਂ ਗਲੇ ਦੇ ਵਿੱਚ ਰੱਸੀ ਪਾਈ ਇਸ ਨੂੰ ਫਾਹ ਆ ਨਾ ਸਕਿਆ। ਔਰ ਅਸਮਾਨ ਦੇ ਵਿੱਚੋਂ ਆਵਾਜ਼ ਆਈ, ਤੇਰਾ ਤਪ ਬਹੁਤ ਹੈ, ਤੇਰੀ ਤਪੱਸਿਆ ਬਹੁਤ ਹੈ, ਇਸ ਕਰਕੇ ਤੇਰਾ ਇਹ ਯੋਗ ਸਮਾਂ ਨਹੀਂ ਹੈ ਸੰਸਾਰ ਦੇ ਵਿੱਚੋਂ ਜਾਣ ਦਾ। ਤੂੰ ਗਿਆਨੀ ਪੁਰਸ਼ ਹੈ, ਪਰਮੇਸ਼ਰ ਦੀ ਉਸਤਤੀ ਵਡਿਆਈ ਕੀਤੀ ਹੈ। ਗਿਆਨਵਾਨ ਪੁਰਸ਼ ਨੂੰ ਇਸ ਤਰੀਕੇ ਦੇ ਨਾਲ ਦੁੱਖ ਦੇ ਅਧੀਨ ਹੋ ਕੇ ਪਰਮੇਸ਼ਰ ਦੇ ਨਿਯਮ ਦੇ ਉਲਟ ਜਾਣਾ ਸ਼ੋਭਾ ਨਹੀਂ ਦਿੰਦਾ। ਸੋ ਇਸ ਕਰਕੇ ਤੂੰ ਇਹ ਕਰਮ ਨਾ ਕਰ। ਜਦੋਂ ਫਾਹਾ ਲੈਣ ਦੇ ਵਿੱਚ ਅਸਫਲ ਰਿਹਾ, ਫਿਰ ਇਸਨੇ ਕੋਸ਼ਿਸ਼ ਕੀਤੀ ਵੀ ਮੈਂ ਨਦੀ ਦੇ ਪਾਣੀ ਦੇ ਵਿੱਚ ਡੁੱਬ ਕਰਕੇ ਮਰ ਜਾਵਾਂ। ਸੋ ਉਹ ਜਿਹੜਾ ਸਾਰਾ ਪ੍ਰਸੰਗ ਹੈ ਪ੍ਰਾਤਨ ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਂਝਾ ਕਰ ਰਹੇ ਹਨ ਜੀ। ਤਪ ਕੇ ਤੇਜ ਡੁਬਾਇਓ ਨਾਹੀ। ਪਰ ਇਸ ਦੇ ਤਪ ਦਾ ਵਿਸ਼ਿਸ਼ਟ ਮੁਨੀ ਦੇ ਦਾ ਤੇਜ ਹੀ ਇੰਨਾ ਜ਼ਿਆਦਾ ਸੀ ਕਿ ਇਸ ਨਦੀ ਨੇ ਵੀ ਇਸ ਨੂੰ ਡੁਬਾਇਆ ਨਾ, ਇਸ ਪਾਣੀ ਨੇ ਇਸ ਦੀ ਉਸ ਸਮੇਂ ਡੋਬ ਕਰਕੇ ਇਸ ਦੀ ਮੌਤ ਦਾ ਕਾਰਨ ਨਾ ਬਣਿਆ। 100 ਪ੍ਰਵਾਹ ਆਪਣੇ ਕਰ ਲੀਨੇ। ਇਸ ਦੀ ਜਾਨ ਦੀ ਰੱਖਿਆ ਦੇ ਹਿੱਤ ਇਹ ਜਿਹੜੀ ਨਦੀ ਹੈ 100 ਪ੍ਰਵਾਹਾਂ ਦੇ ਵਿੱਚ ਤਬਦੀਲ ਹੋ ਗਈ। ਇੱਥੋਂ ਜਿੱਥੇ ਇਹਨੇ ਡੁੱਬਣ ਦੀ ਕੋਸ਼ਿਸ਼ ਕੀਤੀ 100 ਧਾਰਾਵਾਂ ਦੇ ਵਿੱਚ ਵੰਡੀ ਗਈ। ਥੋੜਾ ਥੋੜਾ ਪਾਣੀ ਕਰ ਲਿਆ ਹੈ ਆਪਣਾ 100 ਧਾਰਾਂ ਦੇ ਵਿੱਚ। ਸਭ ਥਲ ਮਹਿ ਲਗ ਜਲ ਕਰ ਦੀਨੇ। ਸਾਰੀਆਂ ਥਾਵਾਂ ਤੇ ਥੋੜਾ ਥੋੜਾ ਪਾਣੀ ਰਹਿ ਗਿਆ ਜਿਹਦੇ ਵਿੱਚ ਇਹ ਡੁੱਬ ਨਹੀਂ ਸੀ ਸਕਦਾ ਵਸ਼ਿਸ਼ਟ ਮੁਨੀ ਸੀ ਜੋ। ਪੁਨਹ ਪਾਸ ਨਿਜ ਗਰਮੈ ਡਾਰੀ। ਫਿਰ ਇਸ ਨੇ ਕਹਿੰਦੇ ਇਸ ਤੋਂ ਬਾਅਦ ਆਪਣੇ ਗਲ ਦੇ ਵਿੱਚ ਫਾਂਸੀ ਪਾ ਲਈ ਹੈ। ਗਿਰਿਓ ਅਪਰ ਸਲਿਤਾ ਕੇ ਬਾਰੀ। ਔਰ ਹੋਰ ਨਦੀਆਂ ਦੇ ਪਾਣੀ ਦੇ ਵਿੱਚ ਵੀ ਇਸ ਨੇ ਡੁੱਬਣ ਦੀ ਕੋਸ਼ਿਸ਼ ਕੀਤੀ ਹੈ ਜੀ। ਇਸ ਨੇ ਪਾਸ ਕੱਟੀ ਰਿਖ ਜੋਵਾ। ਉਸ ਨੇ ਵੀ ਕਹਿੰਦੇ ਇਸ ਨੂੰ ਰਿਖੀ ਜਾਣ ਕਰਕੇ ਇਸ ਦੀ ਜਿਹੜੀ ਫਾਹੀ ਸੀ ਉਹ ਵੱਢ ਦਿੱਤੀ ਔਰ ਨਾ ਹੀ ਇਸ ਦੇ ਤਾਈਂ ਡਬੋਇਆ ਹੈ। ਨਾਮ ਵਿਪਾਸਾ ਤਬ ਤੇ ਹੋਵਾ। ਉਦੋਂ ਤੋਂ ਹੀ ਕਹਿੰਦੇ ਇਸ ਦਰਿਆ ਦਾ ਨਾਮ ਵਿਪਾਸਾ ਬਣ ਗਿਆ। ਭਾਵ ਜਿਸ ਨੇ ਫਾਹੀ ਕੱਟ ਦਿੱਤੀ, ਫਾਹੀ ਤੋਂ ਬੇਰਹਿਤ ਕਰ ਦਿੱਤਾ ਹੈ ਵਸ਼ਿਸ਼ਟ ਰਿਸ਼ੀ ਦੇ ਤਾਈਂ, ਇਸ ਕਰਕੇ ਇਸ ਨੂੰ ਵਿਪਾਸਾ ਕਿਹਾ ਜਾਂਦਾ ਹੈ। ਬਹੁਰ ਸੁਨਹੁ ਦੇਵੀ ਕੋ ਥਾਨ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣੋ, ਇਸ ਅਸਥਾਨ ਤੇ ਪਰਮੇਸ਼ਰ ਦੀ ਅਸੀਮਤ ਸ਼ਕਤੀ ਹੈ ਸੰਗਤ ਦੀ ਸੰਗਤ ਕਰਨੇ ਕਰਕੇ। ਮੁਨੀ ਦੇ ਲੋਕਾਂ ਦੇ ਵਿੱਚ ਬਹਿ ਕੇ ਪਰਮੇਸ਼ਰ ਦੇ ਗਾਇਨ ਕਰਨੇ ਕਰਕੇ ਅਸੀਮਤ ਸ਼ਕਤੀ ਹੈ ਪਰਮੇਸ਼ਰ ਦੀ ਇਸ ਜਗ੍ਹਾ ਦੇ ਵਿੱਚ ਸਮਾਈ ਹੋਈ। ਕਿਉਂਕਿ ਜਿੱਥੇ ਗੁਰੂ ਕੀ ਸੰਗਤ ਹੁੰਦੀ ਹੈ, ਇਕੱਤਰ ਜਿੱਥੇ ਬਾਣੀ ਦਾ ਜਾਪ ਹੁੰਦਾ ਹੈ, ਜਿੱਥੇ ਮਿਲ ਕਰਕੇ ਕੀਰਤਨ ਤੇ ਕਥਾ ਕੀਤੀ ਜਾਂਦੀ ਹੈ, ਉਹ ਥਾਂ ਹਮੇਸ਼ਾ ਹੀ ਝੁਕਣਯੋਗ ਹੀ ਹੋ ਜਾਂਦੀ ਹੈ। ਸੋ ਜਿਹੜੇ ਸਿਆਣੇ ਸੂਝਵਾਨ ਪੁਰਸ਼ ਹੈ ਸਤ ਸੰਗਤ ਵਾਲੀ ਥਾਂ ਨੂੰ ਹਮੇਸ਼ਾ ਨਿਉ ਕੇ ਹੀ ਲੰਘਦੇ ਆ। ਕਿਉਂਕਿ ਉੱਥੇ ਜਿੱਥੇ ਪਰਮੇਸ਼ਰ ਦੇ ਨਾਮ ਦੀ ਉਸਤਤੀ ਹੁੰਦੀ ਹੈ, ਜਾਪ ਹੁੰਦਾ, ਵਡਿਆਈ ਹੁੰਦੀ ਹੈ, ਉਹ ਪਰਮੇਸ਼ਰ ਦਾ ਆਪਣਾ ਥਾਂ ਹੈ। ਕਹਿੰਦੇ ਇੱਕ ਵਾਰੀ ਨਾਰਦ ਮੁਨੀ ਸੱਚਖੰਡ ਗਿਆ ਪਰਮੇਸ਼ਰ ਦੇ ਦਰਸ਼ਨਾਂ ਨੂੰ, ਪਰ ਜਦੋਂ ਦਰਸ਼ਨਾਂ ਦੇ ਵਕਤ ਗਿਆ ਉਸ ਸਮੇਂ ਸੰਧਿਆ ਕਾਲ ਸੀ, ਸ਼ਾਮਾਂ ਦਾ ਸਮਾਂ ਸੀ ਔਰ ਸੱਚਖੰਡ ਦੇ ਵਿੱਚ ਪਰਮੇਸ਼ਰ ਆਪਣੇ ਸਿੰਘਾਸਣ ਤੇ ਨਹੀਂ ਸੀ। ਵੇਖ ਕੇ ਹੈਰਾਨ ਹੋਇਆ ਵੀ ਇਹ ਤੇ ਪ੍ਰਭੂ ਦੇ ਪਰਮੇਸ਼ਰ ਦੇ ਵਸਣ ਦੀ ਥਾਂ ਹੈ ਵਾਹਿਗੁਰੂ ਦੀ, ਔਰ ਇਸ ਜਗ੍ਹਾ ਤੇ ਵਾਹਿਗੁਰੂ ਇਸ ਸਮੇਂ ਦਰਸ਼ਨ ਨਹੀਂ ਦੇ ਰਹੇ, ਕਿੱਥੇ ਹੋਣਗੇ। ਉਡੀਕ ਕੀਤੀ, ਜਦੋਂ ਆਪਣੇ ਸਿੰਘਾਸਣ ਤੇ ਫਿਰ ਪਰਮੇਸ਼ਰ ਵਾਹਿਗੁਰੂ ਪ੍ਰਗਟ ਹੋਏ, ਨਾਰਦ ਮੁਨੀ ਨੇ ਨਮਸਕਾਰ ਕੀਤੀ, ਪਰਮੇਸ਼ਰ ਨੇ ਅਸ਼ੀਰਵਾਦ ਦਿੱਤਾ। ਹੱਥ ਜੋੜ ਕੇ ਪੁੱਛਿਆ ਨਾਰਦ ਮੁਨੀ ਨੇ, ਕਹਿਣ ਲੱਗਾ ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਲਈ ਸੱਚਖੰਡ ਪਹੁੰਚਿਆ ਸੀ, ਪਰ ਆਪ ਇਸ ਜਗ੍ਹਾ ਤੇ ਹੈ ਹੀ ਨਹੀਂ ਸੀ। ਮਹਾਰਾਜ ਸੱਚਖੰਡ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਵੀ ਰਹਿੰਦੇ ਹੋ ਤੁਸੀਂ? ਮੈਨੂੰ ਤੇ ਇਸ ਗੱਲ ਦਾ ਗਿਆਨ ਹੀ ਨਹੀਂ ਸੀ ਵੀ ਤੁਸੀਂ ਸੱਚਖੰਡ ਤੋਂ ਬਿਨਾਂ ਵੀ ਕਿਤੇ ਹੋਰ ਵਾਸਾ ਕਰਦੇ ਹੋ, ਕਿਤੇ ਨਿਵਾਸ ਕਰਦੇ ਹੋ। ਕਿਹੜੀ ਥਾਂ ਹੈ ਜਿੱਥੇ ਆਪ ਸੱਚਖੰਡ ਨੂੰ ਛੱਡ ਕੇ ਜਾਂਦੇ ਹੋ, ਮੈਨੂੰ ਵੀ ਦੱਸੋ।
ਜੇ ਕਿਤੇ ਫੇਰ ਸਮਾਂ ਬਣਿਆ ਮੈਂ ਆ ਜਾਵਾਂ, ਮੈਨੂੰ ਦਰਸ਼ਨ ਨਾ ਹੋਣ, ਤੇ ਮੈਂ ਉਸ ਜਗ੍ਹਾ ਤੇ ਚਲਿਆ ਜਾਵਾਂ ਤੁਹਾਡੇ ਦਰਸ਼ਨਾਂ ਦੇ ਲਈ। ਕਹਿੰਦੇ ਪਰਮੇਸ਼ਰ ਨੇ ਕਿਹਾ ਨਾਰਦ ਮੁਨੀ ਦੇ ਤਾਈਂ ਕਿ ਮੁਨੀ ਜੀ ਸੁਣੋ, ਜੇ ਅਸੀਂ ਸੱਚਖੰਡ ਨਾ ਹੋਈਏ ਤੇ ਜਿੱਥੇ ਸੰਗਤ ਹੋਵੇ ਉੱਥੇ ਚਲੇ ਜਾਣਾ ਤੁਸੀਂ ਨਿਰਸੰਸ ਹੋ ਕੇ। ਜਦੋਂ ਸਾਡੇ ਸੱਚਖੰਡ ਵਿੱਚ ਤੈਨੂੰ ਦਰਸ਼ਨ ਨਾ ਹੋਣ, ਤੂੰ ਸਮਝ ਲੈਣਾ ਵੀ ਅਸੀਂ ਸਤ ਸੰਗਤ ਦੇ ਵਿੱਚ ਨਿਵਾਸ ਕਰ ਰਹੇ ਹਾਂ, ਜਿੱਥੇ ਬਹੁਤ ਸਾਰੇ ਲੋਕ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨ, ਕਥਨ ਹੋਵੇ, ਕੀਰਤਨ ਹੋਵੇ, ਵਡਿਆਈ ਹੋਵੇ ਪਰਮੇਸ਼ਰ ਦੀ, ਉੱਥੇ ਪਰਮੇਸ਼ਰ ਦਾ ਵਾਸਾ ਹੁੰਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸਤਿਗੁਰੂ ਦੀ ਬਾਣੀ ਦਾ ਵੀ ਸ਼ੁਭ ਫਰਮਾਨ ਹੈ। ਨਿਜ ਘਰ ਮੇਰੋ ਸਤ ਸੰਗਤ ਹੈ, ਸੁਣ ਨਾਰਦ ਮੁਨ। ਸੱਚਖੰਡ ਤੋਂ ਇਲਾਵਾ ਜੇ ਕੋਈ ਮੇਰਾ ਹੋਰ ਆਪਣਾ ਨਿਵਾਸ ਸਥਾਨ ਹੈ ਤੇ ਉਹ ਸਤ ਸੰਗਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇੱਥੇ ਸਤ ਸੰਗਤ ਹੋਈ ਹੈ, ਇੱਥੇ ਪਰਮੇਸ਼ਰ ਦੀ ਅਸੀਮਤ ਸ਼ਕਤੀ ਵਿਦਮਾਨ ਹੈ, ਕਿਉਂਕਿ ਜਿੱਥੇ ਸੰਗਤ ਹੁੰਦੀ ਹੈ ਉੱਥੇ ਪਰਮੇਸ਼ਰ ਦਾ ਆਪਣਾ ਨਿਵਾਸ ਸਥਾਨ ਹੁੰਦਾ ਹੈ। ਜਗਤ ਈਸ਼ਰੀ ਅਸੁਰ ਨਹਾਨਾ, ਐਸੀ ਉਹ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਜਿਹੜੀ ਮਾਇਆ ਸਬਲ ਹੋ ਕੇ ਪਰਮੇਸ਼ਰ ਦੇ ਪਰਛਾਵੇਂ ਤੋਂ ਇਸ ਸੰਸਾਰ ਦੀ ਉਤਪਤੀ ਦਾ ਕਾਰਨ ਹੈ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਸਿਵ ਸਖਤ ਆਪ ਉਪਾਇ ਕਾ ਕਰਤਾ, ਆਪੈ ਖੇਲ ਰਚਾਏ। ਉਹ ਜਿਹੜੀ ਸਿਵ ਸਖਤ ਹੈ, ਉਹ ਜਿਹੜੀ ਅਸੀਮਤ ਸ਼ਕਤੀ ਹੈ, ਪ੍ਰਚੰਡ ਸ਼ਕਤੀ ਹੈ, ਜਿਸ ਦੇ ਨਾਲ ਜਿਸ ਦੇ ਵਿੱਚ ਪਰਮੇਸ਼ਰ ਦਾ ਪਰਛਾਵਾਂ ਪਿਆ, ਪਰਮੇਸ਼ਰ ਅਨੰਤ ਰੂਪ ਜਗਤ ਰੂਪ ਹੋਇਆ। ਫਿਰ ਉਹੀ ਪਰਮੇਸ਼ਰ ਦੀ ਸ਼ਕਤੀ ਜਿਹੜੀ ਬੇਅੰਤ ਵੱਡੇ ਵੱਡੇ ਅਸੁਰਾਂ ਦੈਂਤਾਂ ਬਲੀਆਂ ਦੇ ਤਾਈਂ ਮਾਰਨ ਵਾਲੀ ਹੈ, ਕਦੇ ਕ੍ਰਿਸ਼ਨ ਦੇ ਰੂਪ ਦੇ ਵਿੱਚ, ਕਦੇ ਰਾਮਚੰਦਰ ਦੇ ਰੂਪ ਦੇ ਵਿੱਚ, ਕਦੇ ਕਿਸੇ ਹੋਰ ਦੇ ਰੂਪ ਦੇ ਵਿੱਚ। ਉਹ ਪਰਮੇਸ਼ਰ ਦੀ ਸ਼ਕਤੀ ਦਾ ਹੀ ਦਬਦਬਾ ਹੈ ਸੰਸਾਰ ਦੇ ਵਿੱਚ। ਬਾਕੀ ਸਭ ਲੀਲਾ ਹੈ ਪਰਮੇਸ਼ਰ ਦੀਆਂ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਜੋਗ ਤਿਨੀ ਤਨ ਪਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਐਸੀ ਜੋ ਪਰਮੇਸ਼ਰ ਦੀ ਪੋਜ਼ਿਟਿਵ એનર્ਜੀ ਬੇਅੰਤ ਸ਼ਕਤੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਇਸ ਜਗ੍ਹਾ ਤੇ ਸੰਗਤ ਕਰਨ ਦਾ ਕਰਕੇ ਪ੍ਰਵੇਸ਼ ਕੀਤੀ, ਪਰਮੇਸ਼ਰ ਦੇ ਆਪ ਨਿਵਾਸ ਕਰਕੇ। ਦਸਮ ਰੂਪ ਧਰ ਜਬ ਹਮ ਰਹੈ, ਫਿਰ ਤੀਜਾ ਕਾਰਨ ਇਹ ਹੈ, ਜਦੋਂ ਅਸੀਂ ਇਸ ਅਸਥਾਨ ਤੇ ਦਸਵਾਂ ਰੂਪ ਧਾਰ ਕੇ ਆਪਣਾ ਦਸਵੇਂ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਵਾਂਗੇ। ਅਨੇਕ ਵਿਸਾਲ ਕਰਤ ਸੁਖ ਲਹੈ, ਉਸ ਸਮੇਂ ਅਸੀਂ ਇਸ ਜਗ੍ਹਾ ਤੇ ਅਨੇਕਾਂ ਕਰਨੇ ਆ, ਅਨੇਕਾਂ ਕੌਤਕ ਕਰਨੇ ਹਨ ਇਸ ਅਸਥਾਨ ਦੇ ਉੱਪਰ। ਇਹ ਉਹ ਵਡਭਾਗੀ ਥਾਂ ਹੈ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਾਲੇ ਥਾਨ ਦੀ ਗਰੀਬ ਨਵਾਜ ਸੱਚੇ ਪਾਤਸ਼ਾਹ ਭਵਿੱਖਬਾਣੀ ਕਰਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ। ਅਬ ਤੇ ਵੀ ਰਣ ਕਰਹਿ ਬਡੇਰੇ, ਹੁਣ ਨਾਲੋਂ ਵੀ ਵੱਡੇ ਜੰਗ ਅਸੀਂ ਉਦੋਂ ਇਸ ਜਗ੍ਹਾ ਤੇ ਰਹਿ ਕਰਕੇ ਲੜਨੇ ਹਨ ਜ਼ੁਲਮ ਦੇ ਖਿਲਾਫ। ਸ਼ਤਰ ਵਿਨਾਸ਼ ਹੋਏ ਬਹੁ ਤੇਰੇ, ਉਸ ਸਮੇਂ ਉਹਨਾਂ ਜੰਗਾਂ ਦੇ ਵਿੱਚ ਵੀ ਬੇਅੰਤ ਵੈਰੀਆਂ ਦਾ ਵਿਨਾਸ਼ ਹੋਏਗਾ, ਨਾਮੋ ਨਿਸ਼ਾਨ ਮਿਟਾ ਦੇਵਾਂਗੇ। ਸਿਰਜਹ ਪੰਥ ਬੈਠ ਹਮ ਇਹਾਂ, ਇਸੇ ਥਾਂ ਤੇ ਬੈਠ ਕਰਕੇ ਅਸੀਂ ਇੱਕ ਪੰਥ ਦੀ ਰਚਨਾ ਕਰਾਂਗੇ। ਫਿਰ ਉਸ ਸਮੇਂ ਜਿਸ ਕੋ ਤੇਜ ਵਧੈ ਜਗ ਮਹਾ, ਜਿਸ ਸਾਡੇ ਰਚੇ ਹੋਏ ਪੰਥ ਦਾ ਸੰਸਾਰ ਦੇ ਵਿੱਚ ਬਹੁਤ ਭਾਰੀ ਤੇਜ ਵੱਧ ਜਾਏਗਾ, ਪ੍ਰਤਾਪ ਵੱਧ ਜਾਏਗਾ। ਤੁਰਕਨ ਕੋ ਕਰ ਕੈ ਸੰਘਾਰ, ਇਸੇ ਅਸਥਾਨ ਤੋਂ ਜ਼ੁਲਮੀ ਹੋਏ ਤੁਰਕਾਂ ਦਾ ਅਸੀਂ ਵਿਨਾਸ਼ ਕਰਾਂਗੇ। ਕਰਹਿ ਰਾਜ ਵੱਡ ਧਰਾ ਸੰਭਾਰ, ਔਰ ਇਸੇ ਸਥਾਨ ਤੋਂ ਅਸੀਂ ਉਹ ਮੁਹਿੰਮ ਚਲਾਉਣੀ ਹੈ, ਧਰਤੀ ਦੇ ਉੱਪਰ ਵੱਡਾ ਰਾਜ ਸਿੰਘਾਂ ਦੇ ਤਾਈਂ ਬਖਸ਼ਿਸ਼ ਕਰਨਾ ਹੈ, ਔਰ ਇਸ ਧਰਤੀ ਨੂੰ ਜ਼ੁਲਮ ਤੋਂ ਸਾਫ਼ ਕਰਨਾ ਹੈ, ਵਿਹੀਨ ਕਰਨਾ ਹੈ। ਇਤਿਆਦਿਕ ਬਹੁ ਗਾਥ ਸੁਨਾਈ, ਇਤਿਆਦਿਕ ਹੋਰ ਵੀ ਬਹੁਤ ਸਾਰੇ ਬਚਨ ਇਸ ਅਸਥਾਨ ਦੇ ਪ੍ਰਤੀ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸੁਣਾਏ। ਬਾਬਾ ਵਿਧੀ ਚੰਦ ਸਾਹਿਬ ਤਾਈਂ ਮਾਰਗ ਚਲਤ ਗੁਰੂ ਸੁਖ ਦਾਈ, ਇਸ ਤਰੀਕੇ ਦੇ ਨਾਲ ਸੁਖਾਂ ਦੇ ਦਾਤੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਸਤੇ ਵਿੱਚ ਚੱਲਦੇ ਜਾ ਰਹੇ ਹਨ ਜੀ। ਤਬਲਾ ਦੋਏ ਕਟੀ ਦਿਨ ਰਹਿਓ, ਕਹਿੰਦੇ ਚੱਲਦੇ
ਚਲਦਿਆਂ ਉਸ ਸਮੇਂ ਤੱਕ 2 ਘੜੀਆਂ ਦਿਨ ਬਾਕੀ ਰਹਿ ਗਿਆ ਸੀ। 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਤਕਰੀਬਨ ਘੰਟੇ ਦੇ ਸਮੀਪ ਸਮਾਂ ਬਾਕੀ ਰਹਿ ਗਿਆ ਹੈ। ਦੋਏ ਕੋਸ ਕੀਰਤਪੁਰ ਲਹਿਓ। ਔਰ ਇਸ ਜਗ੍ਹਾ ਤੋਂ ਕੇਵਲ 2 ਕੋਹ ਦੀ ਵਿੱਥ ਤੇ ਬਾਕੀ ਰਹਿ ਗਿਆ ਹੈ ਸ਼੍ਰੀ ਕੀਰਤਪੁਰ ਸਾਹਿਬ ਸ਼ੁਭ ਅਸਥਾਨ। ਤਹਾਂ ਪਿਸ਼ਾਬ ਕਰਨ ਕੇ ਹੇਤ। ਇੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਲਘੂ ਸ਼ੰਕਾ ਨਮਿਤ ਸ਼ਰਲੇ ਦੀ ਕਿਰਿਆ ਦੇ ਵਾਸਤੇ ਉਤਰ ਪਰੇ ਪ੍ਰਭ ਕਿਰਪਾ ਨਿਕੇਤ। ਉਤਰੇ ਹਨ ਗਰੀਬ ਨਵਾਜ ਕਿਰਪਾ ਦੇ ਖਜ਼ਾਨੇ ਮੇਰੀ ਪੀਰੀ ਦੇ ਮਾਲਕ। ਵਿਧੀ ਚੰਦ ਨੇ ਪਕੜਿਓ ਘੋੜਾ। ਉਸ ਸਮੇਂ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਘੋੜਾ ਪਕੜਨ ਦੀ ਸੇਵਾ ਨਿਭਾਈ। ਕਰਤ ਭਇਓ ਰੁਖ ਕੋ ਜਲ ਓਰਾ। ਔਰ ਆਪ ਬਾਬਾ ਵਿਧੀ ਚੰਦ ਸਾਹਿਬ ਜਲ ਦੀ ਭਾਲ ਦੇ ਵਿੱਚ ਇੱਥੋਂ ਅੱਗੇ ਪਿੱਛੇ ਹੋਏ ਲੱਭਿਆ ਹੈ ਕੋਈ ਜਲ ਵਾਲੀ ਥਾਂ ਦੇ ਤਾਈਂ। ਲੈ ਦਿਨ ਆਗੇ ਪਾਨ ਕਰਾ। ਔਰ ਲੈ ਕਰਕੇ ਇਸ ਘੋੜੇ ਨੂੰ ਅੱਗੇ ਲਿਜਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਵਾਰੀ ਵਾਲੇ ਘੋੜੇ ਦੇ ਤਾਈਂ ਗਰੀਬ ਨਵਾਜ ਨੇ ਜਲ ਛਕਾਉਣ ਦੀ ਸੇਵਾ ਨਿਭਾਈ ਜੀ। ਗਰੀਬ ਨਵਾਜ ਦੇ ਘੋੜੇ ਦੇ ਤਾਈਂ ਬਾਬਾ ਵਿਧੀ ਚੰਦ ਸਾਹਿਬ ਨੇ ਨਿਰਮਲ ਨੀਰ ਅਚਿਓ ਮਨ ਭਾਵਾ। ਘੋੜੇ ਨੇ ਸਤਿਗੁਰਾਂ ਦੇ ਨੇ ਪਾਣੀ ਜੋ ਮੈਲ ਤੋਂ ਰਹਿਤ ਸੀ ਨਿਰਮਲ ਮਨ ਭਾਉਂਦਾ ਇੱਥੋਂ ਛਕਿਆ ਹੈ। ਕਰਤ ਪਾਨ ਕੋ ਹੈ ਬਿਰ ਪਰਿਓ। ਔਰ ਇੱਥੇ ਹੀ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਘੋੜਾ ਜਲ ਛਕਦਿਆਂ ਸਾਰ ਹੀ ਡਿੱਗ ਗਿਆ ਹੈ ਜੀ। ਹੀਰਤ ਖਰੇ ਤੁਰਤ ਹੀ ਮਰਿਓ। ਔਰ ਸਾਰਿਆਂ ਦੇ ਵੇਖਦਿਆਂ ਖੜੇ ਸਾਹਮਣੇ ਇਹ ਘੋੜਾ ਜੋ ਹੈ ਡਿੱਗ ਕਰਕੇ ਆਪਣੇ ਸਵਾਸ ਛੱਡ ਗਿਆ ਪ੍ਰਾਣ ਦੇ ਗਿਆ ਹੈ। ਰਣ ਮਹਿ ਲਗੇ ਘਾਵ ਗਨ ਭਾਰੇ। ਇਸ ਕਰਕੇ ਇਸ ਨੇ ਪ੍ਰਾਣ ਛੱਡ ਦਿੱਤੇ ਕਿਉਂਕਿ ਜੰਗ ਲੜਦਿਆਂ ਹੋਇਆਂ ਕਰਤਾਰਪੁਰ ਸਾਹਿਬ ਵਾਲੇ ਥਾਂ ਤੇ ਦੇ ਸਰੀਰ ਦੇ ਵਿੱਚ ਭਾਰੀ ਜ਼ਖਮ ਲੱਗੇ ਹੋਏ ਸੀ। ਗੁਰ ਪਹੁੰਚਾਵਨ ਹੇਤ ਜਿਵਾਰੇ। ਬਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਵਾਰੀ ਇਸ ਨਗਰ ਦੇ ਪਾਸ ਪਹੁੰਚਾਉਣ ਦੇ ਵਾਸਤੇ ਹੀ ਇਹ ਜਿਉਂਦਾ ਰਹਿ ਰਿਹਾ ਸੀ ਉਸ ਸਮੇਂ ਤੱਕ। ਵੱਡੇ ਭਾਗ ਸੁਰਪੁਰ ਕੋ ਗਇਓ। ਵੱਡੇ ਭਾਗ ਸੀ ਇਸ ਘੋੜੇ ਦੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ੁਭ ਸਵਾਰੀ ਦੀ ਸੇਵਾ ਨਿਭਾਈ ਇਸ ਨੇ। ਔਰ ਫਿਰ ਇਹ ਸੱਚਖੰਡ ਨੂੰ ਪ੍ਰਾਪਤ ਹੋਇਆ। ਨਾਮ ਜਾਨ ਭਾਈ ਜਿਸ ਭਇਓ। ਜਿਸ ਘੋੜੇ ਦਾ ਨਾਮ ਆਪ ਗਰੀਬ ਨਵਾਜ ਨੇ ਆਪਣੀ ਰਸਨਾ ਤੋਂ ਜਾਨ ਭਾਈ ਰੱਖਿਆ ਹੈ ਸੀ। ਲੋਹ ਸਵਾ ਮਣ ਜਾਹੇ ਸਰੀਰ। ਜਦੋਂ ਇਸ ਦਾ ਸੰਸਕਾਰ ਕੀਤਾ ਹੈ ਇਸ ਦੇ ਸਰੀਰ ਦੇ ਵਿੱਚੋਂ 1.25 ਮਣ ਲੋਹਾ ਨਿਕਲਿਆ। ਉਸ ਸਮੇਂ ਜੰਗ ਦੇ ਵਿੱਚ ਲੱਗੇ ਹੋਏ ਸ਼ਸਤਰ ਜਿਹੜੇ ਸਨ ਗੋਲੀ ਸਿੱਕਾ ਇਤਿਆਦਿਕ ਇੰਨਾ ਭਾਰੀ ਇਸ ਘੋੜੇ ਦੇ ਸਰੀਰ ਦੇ ਵਿੱਚ ਸੀ। ਕਰਤ ਜੰਗ ਬੇਦਿਓ ਬਹੁ ਵੀਰ। ਬਹੁਤ ਜ਼ਿਆਦਾ ਬਰੀਕੀ ਦੇ ਨਾਲ ਵਿੰਨਿਆ ਗਿਆ ਸੀ ਜੰਗ ਕਰਦਿਆਂ ਹੋਇਆਂ। ਬੜੇ ਸ਼ਸਤਰਾਂ ਦੀ ਮਾਰ ਸਹਾਰਨੀ ਪਈ। ਬੜੇ ਤੁਰਕ ਸੂਰਮਿਆਂ ਦੇ ਚਲਾਏ ਹੋਏ ਸ਼ਸਤਰ ਇਸ ਨੇ ਆਪਣੇ ਸਰੀਰ ਦੇ ਉੱਪਰ ਸਹਾਰੇ। ਅਵਰ ਤੁਰੰਗ ਗੁਰੂ ਚੜ ਚਲੇ। ਇੱਥੋਂ ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਹੋਰ ਘੋੜੇ ਤੇ ਸਵਾਰ ਹੋ ਕੇ ਅੱਗੇ ਵਧੇ ਹਨ। ਇਸ ਹੈ ਕਿ ਗੁਣ ਬਰਤਨ ਭਲੇ। ਵਰਨਤ ਭਲੇ। ਇਸ ਘੋੜੇ ਦੇ ਬਹੁਤ ਸਾਰੇ ਗੁਣਾਂ ਦਾ ਵਰਣਨ ਕੀਤਾ ਮਹਾਰਾਜ ਨੇ ਜਿਹਦਾ ਨਾਮ ਜਾਨ ਭਾਈ ਹੈ ਸੀ। ਕੀਰਤਪੁਰ ਤਬ ਹੀ ਨਿਰ ਆਇਓ। ਉਹਨੇ ਸਮੇਂ ਤੱਕ ਕੀਰਤਪੁਰ ਸਾਹਿਬ ਜੋ ਨਗਰ ਹੈ ਨੇੜੇ ਹੀ ਆ ਗਿਆ। ਇਹ ਅਸਥਾਨ ਇਸ ਘੋੜੇ ਦੀ ਯਾਦ ਦੇ ਵਿੱਚ ਬਣਿਆ ਹੋਇਆ ਸਹੇਲਾ ਘੋੜਾ ਸਥਾਨ ਦਾ ਨਾਮ ਹੈ। ਜਿੱਥੇ ਇਸ ਘੋੜੇ ਦਾ ਸੰਸਕਾਰ ਹੋਇਆ ਤੇ ਜਿੱਥੇ ਇਸ ਘੋੜੇ ਨੇ ਪ੍ਰਾਣ ਦਿੱਤੇ ਸੀ ਉੱਥੇ ਉਸ ਘੋੜੇ ਦਾ ਇਹ ਸਾਰਾ ਇਤਿਹਾਸ ਜਿਉਂ ਦਾ ਤਿਉਂ ਲਿਖਿਆ ਵੀ ਹੋਇਆ ਹੈ। ਇਹ ਜਦੋਂ ਆਪਾਂ ਗੁਰੂ ਕੇ ਲਾਹੌਰ ਦਰਸ਼ਨ ਕਰਨ ਦੇ ਵਾਸਤੇ ਜਾਂਦੇ ਆ ਥੋੜੀ ਜਿਹੀ ਵਿੱਥ ਤੋਂ ਹੀ ਹੈ। ਅਨੰਦਪੁਰ ਸਾਹਿਬ ਤੋਂ ਕੋਈ ਬਹੁਤਾ ਜ਼ਿਆਦਾ ਦੂਰ ਨਹੀਂ ਹੈ। ਉਹ ਸਥਾਨ ਅਜੇ ਵੀ ਸੁਭਾਇਮਾਨ ਹੈ ਇਸ ਘੋੜੇ ਦੀ ਯਾਦ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਨੇੜੇ ਪਹੁੰਚ ਗਏ ਕੀਰਤਪੁਰ ਸਾਹਿਬ ਨਗਰ ਦੇ। ਪਰਵੇਸ਼ੇ ਪਿਖ ਕਹਿ ਭਲੇ ਵਸਾਇਓ। ਜਦੋਂ ਪ੍ਰਵੇਸ਼ ਕੀਤਾ ਕੀਰਤਪੁਰ ਸਾਹਿਬ ਨਗਰ ਦੇ ਵਿੱਚ ਵੇਖ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਹੁਤ ਚੰਗਾ ਇਹ ਨਗਰ ਵਸਾਇਆ ਹੈ। ਇਹ ਨਗਰ ਵਸਾਉਣ ਦੀ ਡਿਊਟੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਸਾਹਿਬ ਦੀ ਲਾਈ ਸੀ। ਇਹ ਆਪ ਸੱਚੇ ਪਾਤਸ਼ਾਹ ਉਸ ਸਮੇਂ ਡਰੋਲੀ ਭਾਈ ਸੀ। ਤੀਜੇ ਜੰਗ ਦੀ ਤਿਆਰੀ ਦੇ ਵਿੱਚ ਰੁੱਝੇ ਹੋਏ ਸਨ ਗਰੀਬ ਨਵਾਜ। ਜਿਸ ਸਮੇਂ ਲਲਾ ਬੇਗ ਗਰੀਬ ਨਵਾਜ ਸੱਚੇ ਪਾਤਸ਼ਾਹ ਤੇ ਚੜ੍ਹਾਈ ਕਰਕੇ ਆਇਆ ਬਾਬਾ ਵਿਧੀ ਚੰਦ ਸਾਹਿਬ ਘੋੜੇ ਕੱਢ ਕੇ ਲੈ ਕਰਕੇ ਆਏ ਹੈ। ਉਸ ਸਮੇਂ ਜੰਗ ਦੀ ਤਿਆਰੀ ਦੇ ਵਿੱਚ ਸੀ ਇੱਥੇ ਮਾਲਵੇ ਖੇਤਰ ਦੇ ਵਿੱਚ। ਔਰ ਅੰਮ੍ਰਿਤਸਰ ਤੋਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਵਿਸ਼ੇਸ਼ ਡਿਊਟੀ ਲਾ ਕੇ ਭੇਜ ਦਿੱਤਾ ਸੀ ਵੀ ਆਪਣੀ ਦੇਖ ਰੇਖ ਦੇ ਹੇਠ ਇੱਕ ਨਗਰ ਵਸਾਉਣਾ ਹੈ। ਇਹ ਸਾਰੇ ਅਸਥਾਨ ਦੀ ਜਿਹੜੀ ਚਿੰਨ੍ਹਦੇਹੀ ਹੈ ਆਪ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਕਰ ਦਿੱਤੀ ਸੀ।
ਸੋ ਕਹਿਣ ਲੱਗੇ ਬਾਬਾ ਗੁਰਦਿੱਤਾ ਸਾਹਿਬ ਦੇ ਤਾਈਂ ਕਿ ਬਹੁਤ ਸੁੰਦਰ ਇਹ ਨਗਰ ਵਸਾਇਆ ਹੈ। ਬੁੱਢਨ ਸ਼ਾਹ ਨਿਕਟ ਚੱਲ ਗਏ। ਇੱਥੋਂ ਹੀ ਫਿਰ ਕਹਿੰਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਬੁੱਢਣ ਸ਼ਾਹ ਦੇ ਪਾਸ, ਜੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਉਡੀਕ ਰਿਹਾ ਸੀ, ਭਾਰੀ ਲੰਮੇ ਸਮੇਂ ਤੋਂ ਪ੍ਰਤੀਕਸ਼ਾ ਕਰ ਰਿਹਾ ਸੀ। ਗੁਰੂ ਗਰੀਬ ਨਵਾਜ ਨੇ ਪਹਿਲੇ ਸਰੂਪ ਦੇ ਵਿੱਚ ਇਸ ਦੇ ਤਾਈਂ ਬਚਨ ਕੀਤਾ ਸੀ ਵੀ 6ਵੇਂ ਸਰੂਪ ਦੇ ਵਿੱਚ ਅਸੀਂ ਆ ਕੇ ਇੱਥੇ ਵਸਾਂਗੇ, ਉਦੋਂ ਫਿਰ ਤੈਨੂੰ ਦਰਸ਼ਨ ਦੇ ਕੇ ਨਿਹਾਲ ਕਰਾਂਗੇ। ਵੈਸੇ ਕਹਿੰਦੇ ਨੇ ਸੂਖਮ ਸਰੀਰ ਦੇ ਵਿੱਚ 10 ਪਾਤਸ਼ਾਹੀਆਂ ਦੇ ਸਰੂਪ ਦਰਸ਼ਨ ਦੀਦਾਰ ਕਰਨ ਦਾ ਆਸ਼ੀਰਵਾਦ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਲਿਆ ਸੀ। ਮੇਰਾ ਮਹਾਰਾਜ ਮੇਰੀ ਮਨਸ਼ਾ ਹੈ ਮੈਂ 10 ਹੀ ਸਰੂਪਾਂ ਦੇ ਦਰਸ਼ਨ ਕਰਾਂ। ਇਹਨੇ ਪੁੱਛਿਆ ਸੀ ਗੁਰੂ ਨਾਨਕ ਦੇਵ ਸਾਹਿਬ ਨੂੰ, ਮਹਾਰਾਜ ਸੱਚੇ ਪਾਤਸ਼ਾਹ ਇਸ ਸਰੀਰ ਦੇ ਵਿੱਚ ਹੋਰ ਕਿੰਨੇ ਕੁ ਕੌਤਕ ਕਰਨੇ ਆ? ਮਹਾਰਾਜ ਨੇ ਸਾਰੀ ਗੱਲ ਸਮਝਾਈ। ਕਹਿੰਦੇ ਸਰੀਰ ਦੇ ਵਿੱਚ ਤੇ ਥੋੜੇ ਹੀ ਕਰਾਂਗੇ ਹੋਰ, ਪਰ ਅਜੇ 10 ਸਰੀਰ ਹੋਰ 9 ਸਰੀਰ ਹੋਰ ਧਾਰਾਂਗੇ, ਕੁੱਲ 10 ਸਰੀਰ ਧਾਰ ਕੇ ਨਿਹਾਲ ਕਰਾਂਗੇ ਇਸ ਸੰਸਾਰ ਨੂੰ। ਕਹਿੰਦੇ ਉਸ ਸਮੇਂ ਫਿਰ ਇਸ ਨੇ ਵਰ ਲੈ ਲਿਆ ਸੀ ਵੀ ਮਹਾਰਾਜ 10 ਸਰੀਰਾਂ ਦੇ ਮੈਨੂੰ ਸੂਖਮ ਸਰੂਰ ਦੇ ਸਰੀਰ ਦੇ ਵਿੱਚ ਹੀ ਦਰਸ਼ਨ ਦੇ ਕੇ ਨਿਹਾਲ ਕਰ ਦਿਓ, ਜੇ ਮੈਂ ਇਸ ਪ੍ਰਤੱਖ ਸਰੀਰ ਦੇ ਵਿੱਚ ਨਹੀਂ ਦਰਸ਼ਨ ਪ੍ਰਾਪਤ ਕਰ ਸਕਦਾ। ਸੋ ਇਹ ਇਸ ਨੇ ਵਰ ਲਿਆ ਹੋਇਆ ਸੀ ਗਰੀਬ ਨਵਾਜ ਸੱਚੇ ਪਾਤਸ਼ਾਹ ਤੋਂ। ਇਸ ਤਰੀਕੇ ਦੇ ਨਾਲ ਹੁਣ ਇਹ ਉਡੀਕਦਾ ਹੈ, ਕਿਉਂਕਿ ਸਰਗੁਣ ਸਰੂਪ ਦੇ 6ਵੇਂ ਸਰੀਰ ਦੇ ਦਰਸ਼ਨ ਕਰਨ ਦੇ ਬਚਨ ਇਹਦੇ ਨਾਲ ਕੀਤੇ ਸੀ। ਇਹ ਉਡੀਕ ਰਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ। ਕਿੰਨਾ ਪ੍ਰੇਮ ਹੈ ਜਿਹੜੇ ਗਰੀਬ ਨਵਾਜ ਦੇ ਦਰਸ਼ਨਾਂ ਦੀ ਤਾਂਘ ਰੱਖਦੇ ਆ। ਸੱਚੇ ਪਾਤਸ਼ਾਹ ਜੀ ਜੰਗ ਲੜ ਕੇ ਹਟੇ ਆ, 5 ਪੈਰ ਜੰਗ ਦੇ ਵਿੱਚ ਮਸ਼ਗੂਲ ਰਹੇ, ਤਕਰੀਬਨ 3-4 ਪੈਰ ਹੋ ਗਏ ਆ, ਹੁਣ ਸਾਰਾ ਦਿਨ ਬਤੀਤ ਹੋ ਗਿਆ, 4 ਪੈਰ ਦਿਨ ਦੇ ਵੀ ਬਤੀਤ ਹੋ ਗਏ। ਸੋ ਬਹੁਤ ਘੱਟ ਨਾਮ ਮਾਤਰ ਆਰਾਮ ਕੀਤਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਕੀਰਤਪੁਰ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਕੇ ਵੀ ਆਪਣੇ ਪਿਆਰੇ ਵੱਲ ਨੂੰ ਘੋੜੇ ਦਾ ਰੁਖ ਕਰ ਲਿਆ, ਜਿੱਥੇ ਕੋਈ ਦਰਸ਼ਨਾਂ ਦੇ ਲਈ ਬੈਠਾ ਉਡੀਕਦਾ ਹੈ ਬਿਰਧ ਅਵਸਥਾ ਦੇ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਿਹਾਲ ਕਰਨ ਦੇ ਵਾਸਤੇ ਗਏ। ਬੈਠਿਓ ਜਹਾਂ ਸਮਾਧੀ ਕਏ। ਜਿੱਥੇ ਬੈਠਾ ਹੋਇਆ ਸੀ ਸਮਾਧੀ ਦੇ ਵਿੱਚ ਲੀਨ ਧਿਆਨ ਇਸ ਨੇ ਟਿਕਾਇਆ ਹੋਇਆ ਹੈ। ਸਿਮਰਤ ਸ਼੍ਰੀ ਹਰਗੋਬਿੰਦ ਰੂਪ। ਚੇਤੇ ਕਰ ਰਿਹਾ ਹੈ ਸ਼੍ਰੋਮਣੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਰੂਪ ਦੇ ਤਾਈਂ। ਇਹੋ ਦਰਸ਼ਨ ਅਬ ਆਨ ਅਨੂਪ। ਹਰ ਰੋਜ਼ ਅਰਜ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੋ, ਉਪਮਾ ਤੋਂ ਰਹਿਤ ਤੁਹਾਡੇ ਦਰਸ਼ਨ ਹੈ ਜਿਹੜੇ ਆਪਣੇ ਬਚਨਾਂ ਦੇ ਮੁਤਾਬਕ ਆ ਕਰਕੇ ਮੈਨੂੰ ਬਖਸ਼ਿਸ਼ ਕਰੋ। ਸੋ ਇਸ ਤਰੀਕੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਨਿਹਾਲ ਕਰਨ ਦੇ ਵਾਸਤੇ ਪਹੁੰਚੇ ਆ। ਜਿਵੇਂ ਅੱਗੇ ਦਰਸ਼ਨ ਪ੍ਰਾਪਤ ਕਰੇਗਾ ਉਹ ਰਸਮਈ ਵਾਰਤਾਲਾਪ ਹੋਏਗਾ, ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸ਼੍ਰਵਣ ਕਰਾਂਗੇ। ਇੱਥੋਂ ਤੱਕ ਇਤਿਹਾਸ ਵਿਚਾਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੇ। ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮਾਪਤੀ ਹੈ। ਸਿਮਰਤ ਦੇਹੋ ਦਰਸ਼ਨ ਨਿਜ ਬਾਕ ਸੁਨਾਏ। ਜਬ ਇਹੋ ਕਾਨ ਪਰੀ ਧੁਨ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।